ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਮਾਰਟ ਮੂਵਜ਼ ਕਲਾਸਿਸ 'ਤੇ। ਅੱਜ ਫਿਰ ਤੁਹਾਡੇ ਸਾਹਮਣੇ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਅੱਜ ਆਪਾਂ PS ਟੈਟ ਦੇ ਲਈ ਜੀਓਗ੍ਰਾਫੀ ਦੀ NCERT ਬੇਸਡ ਕਲਾਸ ਕਰਾਂਗੇ। ਸੋ ਇਹ ਕਲਾਸ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ। ਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਣੀਆਂ ਆਉਣ ਵਾਲੀਆਂ ਇੱਦਾਂ ਦੀਆਂ ਵੀਡੀਓਜ਼ ਦਾ ਹੋਰ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਕਿਉਂਕਿ ਇਹ ਜੋ ਕਲਾਸ ਹੈਗੀ ਇਹ NCERT ਅਤੇ PSE ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚੋਂ ਕੁਐਸਚਨ ਸਾਰੇ ਇੰਪੋਰਟੈਂਟ ਲਏ ਹੋਏ ਹੈਗੇ। ਚਲੋ ਜੀ, ਅੱਜ ਦੀ ਇਸ ਕਲਾਸ ਨੂੰ ਸਟਾਰਟ ਕਰਦੇ ਹਾਂ ਅਤੇ ਦੇਖਦੇ ਹਾਂ ਪਹਿਲੇ ਪ੍ਰਸ਼ਨ ਦੇ ਵੱਲ। ਕੀ ਹੈ, ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖ ਦੁਆਰਾ ਬਣਾਇਆ ਹੋਇਆ ਸਰੋਤ ਹੈ। ਸੋ ਮਨੁੱਖ ਦੇ ਦੁਆਰਾ ਬਣਾਇਆ ਹੋਇਆ ਸਰੋਤ ਕਿਹੜਾ, ਇਹਦੇ ਦੇ ਵਿੱਚੋਂ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਜਾਂ ਤਕਨੋਲੋਜੀ। ਸੋ ਜੋ ਮਨੁੱਖ ਦੇ ਦੁਆਰਾ ਬਣਾਇਆ ਹੋਈ ਚੀਜ਼ ਹੈ ਉਹ ਹੈ ਤਕਨੋਲੋਜੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ, ਕਿਉਂਕਿ ਕੋਲਾ ਵੀ ਕੁਦਰਤ ਦੇ ਦੁਆਰਾ ਬਣਾਇਆ ਹੋਇਆ ਹੈ ਸਰੋਤ, ਪੈਟਰੋਲੀਅਮ ਵੀ ਅਤੇ ਕੁਦਰਤੀ ਗੈਸ ਵੀ। ਸੋ ਜੋ ਮਨੁੱਖ ਦੇ ਦੁਆਰਾ ਬਣਾਈ ਹੋਈ ਚੀਜ਼ ਉਹ ਆ ਟੈਕਨੋਲੋਜੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਹੇਠਾਂ ਦਿੱਤੇ ਵਿੱਚੋਂ ਕਿਹੜਾ ਲੋਕਾਂ ਨੂੰ ਇੱਕ ਕੀਮਤੀ ਸਰੋਤ ਬਣਾਉਣ ਵਿੱਚ ਮਦਦ ਕਰਦਾ ਗਾ। ਸੋ ਇੱਕ ਕੀਮਤੀ ਸਰੋਤ ਜੋ ਕਿ ਬਣਾਉਣ ਵਿੱਚ ਮਦਦ ਕਰਦਾ, ਮੇਨ ਜੋ ਕੋਈ ਜਾਣੀ ਕਿ ਟੈਕਨੋਲੋਜੀ ਲਾਈਕ ਮਨੁੱਖ ਦੇ ਦੁਆਰਾ ਕ੍ਰੀਏਟ ਕੀਤੀ ਹੋਈ ਹੈਗੀ, ਉਹ ਕੀ ਚੀਜ਼ ਬਣਾਉਣ, ਉਹਦੇ ਲਈ ਗਿਆਨ, ਸਿੱਖਿਆ, ਸਿਹਤ ਜਾਂ ਉਪਰੋਕਤ ਸਾਰੇ। ਸੋ ਕੀ ਚੀਜ਼ਾਂ ਵਰਤੋਂ ਵਿੱਚ ਆਉਂਦੀਆਂ, ਸੋ ਉਹ ਆਉਂਦੀਆਂ ਉਪਰੋਕਤ। ਜੇਕਰ ਗਿਆਨ ਹੋਊਗਾ ਤਾਂ ਹੀ ਉਹ ਕੋਈ ਕੀਮਤੀ ਟੈਕਨੋਲੋਜੀ ਜਾਂ ਕੋਈ ਚੀਜ਼ ਬਣਾ ਸਕਦਾ। ਐਜੂਕੇਸ਼ਨ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ, ਕਿਉਂਕਿ ਐਜੂਕੇਸ਼ਨ ਹੀ ਇੱਕ ਇਨਸਾਨ ਨੂੰ ਅੱਗੇ ਲੈ ਕੇ ਜਾਣ ਵਾਲੀ ਚੀਜ਼ ਹੈਗੀ। ਚੰਗੀ ਸਿਹਤ, ਜੇਕਰ ਹੈਲਥ ਨਹੀਂ ਤੁਹਾਡੀ ਚੰਗੀ ਤਾਂ ਹੈਲਥ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਕਰ ਸਕਦੇ। ਸੋ ਇਹਦੇ ਲਈ ਤਿੰਨੇ ਚੀਜ਼ਾਂ ਬਹੁਤ ਜ਼ਰੂਰੀ ਹਨ। ਸੋ ਆਪਣਾ ਸਹੀ ਉੱਤਰ ਕੀ ਬਣ ਜੂ, ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਸੰਸਾਧਨਾਂ ਦੀ ਸਾਵਧਾਨੀ ਨਾਲ ਵਰਤੋਂ ਕਰਨਾ ਤਾਂ ਜੋ ਵਰਤਮਾਨ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਧਿਆਨ ਰੱਖਿਆ ਜਾ ਸਕੇ। ਸੰਸਾਧਨਾਂ ਮੀਨਜ਼ ਆਪਾਂ ਕੋਈ ਵੀ ਚੀਜ਼ ਕੁਦਰਤੀ ਚੀਜ਼ਾਂ ਦੀ ਆਪਾਂ ਵਰਤੋਂ ਕਰਦੇ ਹੈਗੇ ਤਾਂ ਉਹਨਾਂ ਨੂੰ ਕਹਿੰਦੇ ਇੰਨੀ ਕੁ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈਗੀ ਤਾਂ ਕਿ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਲਈ ਵੀ ਉਹ ਧਿਆਨ ਰੱਖਿਆ ਜਾ ਸਕੇ। ਸੋ ਉਹਨੂੰ ਆਪਾਂ ਕੀ ਬੋਲਦੇ ਹੈਗੇ, ਸਰੋਤ ਬੱਚਤ, ਸਰੋਤ ਵਿਕਾਸ, ਟਿਕਾਊ ਵਿਕਾਸ ਜਾਂ ਸਰੋਤ ਸੰਭਾਲ। ਸੋ ਉਹਨੂੰ ਆਪਾਂ ਬੋਲਦੇ ਹਾਂ ਕਿ ਟਿਕਾਊ ਵਿਕਾਸ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਟਿਕਾਊ ਵਿਕਾਸ ਦਾ ਮਤਲਬ ਕੀ ਹੁੰਦਾ ਗਾ ਵੀ ਵਰਤਮਾਨ ਦੀਆਂ ਆਪਣੀਆਂ ਜਿੰਨੀਆਂ ਵੀ ਜ਼ਰੂਰਤਾਂ ਆਪਾਂ ਉਹਨਾਂ ਨੂੰ ਪੂਰਾ ਕਰਦੇ ਹੋਏ ਸਰੋਤਾਂ ਦੀ ਸਾਵਧਾਨੀ ਦੇ ਨਾਲ ਵਰਤੋਂ ਕਰਨੀ ਚਾਹੀਦੀ ਹੈਗੀ ਤਾਂ ਕਿ ਭਵਿੱਖ ਵਾਲੀਆਂ ਜਿੰਨੀਆਂ ਵੀ ਆਉਣ ਵਾਲੀਆਂ ਪੀੜ੍ਹੀਆਂ ਹੈਗੀਆਂ ਉਹਨਾਂ ਲਈ ਇਹ ਸੰਭਾਲ ਕੇ ਰੱਖੀ ਜਾ ਸਕੇ। ਸੋ ਇਹ ਐਂ ਨਹੀਂ ਹੈਗਾ ਵੀ ਆਪਾਂ ਕੀ ਹੈਗਾ ਜਿੰਨੀ ਆਪਾਂ ਵਰਤੋਂ ਆ ਗਈ, ਲਾਈਕ ਹੁਣ ਤੁਸੀਂ ਕੁਦਰਤੀ ਸੰਸਾਧਨ ਚੀਜ਼ ਕੋਈ ਵੀ ਲਾ ਲਓ, ਲਾਈਕ ਪਾਣੀ ਲਾ ਲਓ, ਪਾਣੀ ਦੀ ਆਪਾਂ ਇੰਨੀ ਦੁਰਵਰਤੋਂ ਕਰੀਏ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਸੋ ਆਪਾਂ ਨੂੰ ਕੋਈ ਵੀ ਕੁਦਰਤੀ ਸੰਸਾਧਨਾਂ ਦੀ ਵਰਤੋਂ, ਸਰੋਤਾਂ ਦੀ ਵਰਤੋਂ ਧਿਆਨ ਦੇ ਨਾਲ ਕਰਨੀ ਚਾਹੀਦੀ ਹੈਗੀ। ਨੈਕਸਟ, ਹੇਠਾਂ ਦਿੱਤੇ ਵਿੱਚੋਂ ਕਿਹੜਾ ਟਿਕਾਊ ਵਿਕਾਸ ਦਾ ਸਿਧਾਂਤ ਨਹੀਂ ਹੈ। ਸੋ ਟਿਕਾਊ ਵਿਕਾਸ ਦਾ ਸਿਧਾਂਤ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ। ਜੀਵਨ ਦੇ ਸਾਰੇ ਰੂਪਾਂ ਦੀ ਸਤਿਕਾਰ ਅਤੇ ਦੇਖਭਾਲ, ਮਨੁੱਖੀ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰੋ, ਕੁਦਰਤੀ ਸਰੋਤਾਂ ਦੀ ਕਮੀ ਨੂੰ ਘੱਟ ਤੋਂ ਘੱਟ ਕਰਨਾ ਚਾਹੀਦਾ ਜਾਂ ਜੰਗਲਾਂ ਦੀ ਕਟਾਈ ਕਰਨੀ ਚਾਹੀਦੀ ਆ। ਸੋ ਕਿਹੜਾ ਟਿਕਾਊ ਵਿਕਾਸ ਦਾ ਸਿਧਾਂਤ ਨਹੀਂ ਹੈਗਾ, ਜਿਹੜਾ ਲਾਗੂ ਨਹੀਂ ਹੁੰਦਾ, ਉਹ ਹੁੰਦਾ ਜੰਗਲਾਂ ਦੀ ਕਟਾਈ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਜੰਗਲਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ। ਆਪਣੇ ਅੱਜ ਦਾ ਸਿਸਟਮ ਕੀ ਹੋਇਆ, ਦਰਖਤ ਵੱਢਣ 'ਤੇ ਬਹੁਤ ਜ਼ੋਰ ਲਾਇਆ ਹੋਇਆ ਗਾ। ਇਹਨਾਂ ਸੜਕਾਂ 'ਤੇ ਲਾ ਲਓ, ਤੁਸੀਂ ਕੋਈ ਲਾ ਲਓ, ਨਵੀਆਂ ਸੜਕਾਂ ਨਿਕਲ ਰਹੀਆਂ, ਹਰ ਇੱਕ ਦਰਖਤ ਦੀ ਕਟਾਈ ਹੋ ਰਹੀ ਹੈਗੀ। ਇਹਦੇ ਨਾਲ ਕੀ ਹੈਗਾ, ਆਪਣੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈਗਾ। ਪੁਰਾਣੇ ਦਰਖਤਾਂ ਦੀ ਕਟਾਈ ਹੋ ਰਹੀ ਹੈ ਪਰ ਨਵਾਂ ਦਰਖਤ ਕੋਈ ਨਹੀਂ ਲੱਗ ਰਿਹਾ ਗਾ। ਸੋ ਆਪਾਂ ਨੂੰ ਕੀ ਹੈਗਾ, ਸਾਰੇ ਜੀਵਨ ਦੇ ਸਾਰੇ ਰੂਪਾਂ ਲਈ ਸਤਿਕਾਰ ਅਤੇ ਦੇਖਭਾਲ ਵੀ ਕਰਨੀ ਚਾਹੀਦੀ ਹੈ। ਮਨੁੱਖੀ ਜੀਵਨ ਵਿੱਚ ਗੁਣਵੱਤਾ, ਆਪਦੀ ਜੀਵਨ ਵਿੱਚ ਸੁਧਾਰ ਲੈ ਕੇ ਆਉਣਾ ਚਾਹੀਦਾ ਗਾ। ਕੁਦਰਤੀ ਸਰੋਤਾਂ ਦੀ ਕਮੀ ਨੂੰ ਘੱਟ ਤੋਂ ਘੱਟ ਵਰਤੋਂ ਵਿੱਚ ਲੈ ਕੇ ਆਉਣਾ ਚਾਹੀਦਾ ਗਾ। ਸੋ ਜੰਗਲਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ ਗੀ। ਇਹਦੇ ਵਿੱਚ ਕੀ ਹੈਗਾ, ਜਿਹੜਾ ਸਿਧਾਂਤ ਨਹੀਂ ਹੈਗਾ ਟਿਕਾਊ ਵਿਕਾਸ ਦਾ, ਉਹ ਜੰਗਲਾਂ ਦੀ ਕਟਾਈ। ਸੋ ਆਪਾਂ ਨੂੰ ਜੰਗਲਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ,
ਜਿਵੇਂ ਕਿ ਹੁਣ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 2015 ਵਿੱਚ ਟਿਕਾਊ ਵਿਕਾਸ ਲਈ 2030 ਨੂੰ ਏਜੰਡਾ ਗਲੋਬਲ ਟੀਚਿਆਂ ਦੇ ਨਾਲ ਅਪਣਾਇਆ ਗਾ। ਸੋ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 2030 ਤੱਕ ਇੱਕ ਏਜੰਡਾ ਬਣਾਇਆ ਗਾ ਇਹਨਾਂ ਨੂੰ ਅਪਣਾਉਣ ਦੇ ਲਈ। ਸੋ 2015 ਦੇ ਵਿੱਚ ਇਹ ਬਣਾਇਆ ਸੀ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਸਰੋਤ ਸੰਭਾਲਣ ਦਾ ਤਰੀਕਾ ਨਹੀਂ ਹੈਗਾ। ਸੋ ਕੁਦਰਤੀ ਸਰੋਤ ਸੰਭਾਲਣ ਦਾ ਤਰੀਕਾ ਕਿਹੜਾ ਨਹੀਂ ਹੈਗਾ। ਵੱਧਦੀ ਖਪਤ, ਰੀਸਾਈਕਲਿੰਗ, ਮੁੜ ਵਰਤੋਂ ਜਾਂ ਖਪਤ ਨੂੰ ਘਟਾਉਣਾ। ਸੋ ਸਰੋਤ ਸੰਭਾਲਣ ਦਾ ਤਰੀਕਾ ਕਿਹੜਾ ਨਹੀਂ ਹੈਗਾ, ਕਿਉਂਕਿ ਦਿਨੋਂ ਦਿਨ ਹਰ ਇੱਕ ਚੀਜ਼ ਦੀ ਖਪਤ ਵੱਧਦੀ ਹੀ ਜਾ ਰਹੀ ਹੈ। ਸੋ ਕਿਹੜਾ ਤਰੀਕਾ ਨਹੀਂ ਹੋ ਸਕਦਾ ਫਿਰ ਵੱਧਦੀ ਖਪਤ, ਕਿਉਂਕਿ ਹਰ ਇੱਕ ਚੀਜ਼ ਦੀ ਜੋ ਕਿ ਕੰਜੰਪਸ਼ਨ ਹੈਗੀ ਉਹ ਇਨਕਰੀਜ਼ ਹੁੰਦੀ ਜਾ ਰਹੀ ਆ। ਸੋ ਇਸ ਕਰਕੇ ਜੋ ਵੀ ਇਹ ਸੰਭਾਲਣ ਦਾ ਤਰੀਕਾ ਨਹੀਂ ਆ ਉਹ ਆ ਵੱਧਦੀ ਖਪਤ, ਕਿਉਂਕਿ ਰੀਸਾਈਕਲਿੰਗ ਕਰਕੇ ਤਾਂ ਆਪਾਂ ਉਹਨੂੰ ਸੰਭਾਲ ਕੇ ਰੱਖ ਸਕਦੇ ਹੈਗੇ, ਮੁੜ ਵਰਤੋਂ ਕਰਕੇ ਵੀ ਆਪਾਂ ਨੂੰ ਕਰ ਸਕਦੇ ਹਾਂ ਅਤੇ ਖਪਤ ਨੂੰ ਘਟਾ ਕੇ ਵੀ ਆਪਾਂ ਉਸ ਨੂੰ ਸੰਭਾਲ ਕੇ ਰੱਖ ਸਕਦੇ ਹਾਂ। ਪਰ ਜੇਕਰ ਆਪਾਂ ਉਹ ਚੀਜ਼ ਦੀ ਖਪਤ ਵਧਾਵਾਂਗੇ, ਮੀਨਜ਼ ਕੰਜੰਪਸ਼ਨ ਵਧਾਵਾਂਗੇ, ਤਾਂ ਇਸ ਨਾਲ ਕੀ ਹੈਗਾ ਇਹ ਕੁਦਰਤੀ ਸਰੋਤ ਆ ਜੋ ਸੰਭਾਲਣ ਦਾ ਤਰੀਕਾ ਨਹੀਂ ਹੋ ਸਕਦਾ ਗਾ। ਸੋ ਆਪਣਾ ਸਹੀ ਉੱਤਰ ਕੀ ਹੋ ਜੂ, ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਪਦਾਰਥ ਨੂੰ ਇੱਕ ਸਰੋਤ ਨਹੀਂ ਮੰਨਿਆ ਜਾਂਦਾ ਗਾ। ਸੋ ਇੱਕ ਪਦਾਰਥ ਨੂੰ ਜੋ ਕਿ ਸਰੋਤ ਨਹੀਂ ਮੰਨਿਆ, ਅਯੋਗਤਾ, ਮੁੱਲ, ਮਾਤਰਾ ਜਾਂ ਕੋਈ ਨਹੀਂ। ਸੋ ਕਿਹਨੂੰ ਨਹੀਂ ਮੰਨਿਆ ਜਾਂਦਾ, ਉਹ ਮੰਨਿਆ ਜਾਂਦਾ ਗਾ ਮਾਤਰਾ ਨੂੰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਜਿਵੇਂ ਕਿ ਮਾਤਰਾ ਪਦਾਰਥ ਨੂੰ ਸਰੋਤ ਨਹੀਂ ਬਣਾਉਂਦੀ ਗੀ। ਉਪਯੋਗਤਾ ਅਤੇ ਮੁੱਲ ਇੱਕ ਸਰੋਤ ਦੇ ਮਹੱਤਵਪੂਰਨ ਪਦਾਰਥ ਹਨ। ਉਪਯੋਗਤਾ ਦਾ ਅਰਥ ਹੈ ਸਰੋਤਾਂ ਦੀ ਉਪਯੋਗਤਾ, ਮੁੱਲਾਂ ਦਾ ਅਰਥ ਹੈ ਸਰੋਤਾਂ ਦੇ ਆਰਥਿਕ ਮੁੱਲ। ਵੀ ਹਰ ਇੱਕ ਸਰੋਤ ਦਾ ਕੀ ਮੁੱਲ ਹੈਗਾ। ਨੈਕਸਟ, ਕਹਿੰਦੇ ਕਥਨ ਨੂੰ ਪੂਰਾ ਕਰੋ ਜੋ ਗੈਰ ਨਵਿਆਉਣਯੋਗ ਸਰੋਤ ਹਨ। ਸੋ ਜੋ ਗੈਰ ਨਵਿਆਉਣਯੋਗ ਸਰੋਤ ਹਨ ਉਹ ਕੀ ਹਨ। ਜਿਨ੍ਹਾਂ ਕੋਲ ਸੀਮਿਤ ਸਟਾਕ ਹੈ, ਮਨੁੱਖ ਦੁਆਰਾ ਬਣਾਇਆ ਗਿਆ, ਨਿਰਜੀਵ ਚੀਜ਼ਾਂ ਤੋਂ ਲਿਆ ਗਿਆ ਜਾਂ ਜੀਵਤ ਚੀਜ਼ਾਂ ਤੋਂ ਲਿਆ ਗਿਆ। ਸੋ ਗੈਰ ਨਵਿਆਉਣਯੋਗ ਸਰੋਤ ਕਿਹੜੇ ਹਨ, ਜੋ ਜਿਨ੍ਹਾਂ ਦੇ ਕੋਲ ਸੀਮਿਤ ਮਾਤਰਾ ਵਿੱਚ ਸਟਾਕ ਹੈ। ਆਪਸ਼ਨ ਏ ਦਾ ਰਾਈਟ ਆਨਸਰ। ਸੋ ਆਪਣੇ ਜਿਨ੍ਹਾਂ ਦਾ ਸਟਾਕ ਬਿਲਕੁਲ ਸੀਮਿਤ ਮਾਤਰਾ ਦੇ ਵਿੱਚ ਹੈ ਉਹ ਗੈਰ ਨਵਿਆਉਣਯੋਗ ਸਰੋਤ ਹਨ। ਨੈਕਸਟ, ਕਿਸੇ ਵੀ ਵਿਚਾਰ ਜਾਂ ਕਾਢ ਉੱਤੇ ਨਿਵੇਕਲੇ ਅਧਿਕਾਰ ਨੂੰ ਕੀ ਕਿਹਾ ਜਾਂਦਾ ਗਾ। ਮੀਨਜ਼ ਕੋਈ ਵੀ ਆਪਾਂ ਇਨਵੈਂਸ਼ਨ ਤੁਸੀਂ ਕਰਦੇ ਆ ਜਾਂ ਕੋਈ ਵੀ ਆਈਡੀਆ ਗਾ ਤੁਹਾਡਾ, ਤਾਂ ਉਸ ਦੇ ਅਧਿਕਾਰ ਨੂੰ ਕੀ ਕਿਹਾ ਜਾਂਦਾ ਗਾ। ਰਿਸੋਰਸ, ਉਪਯੋਗਤਾ, ਪੇਟੈਂਟ ਜਾਂ ਤਕਨੋਲੋਜੀ। ਸੋ ਉਹ ਚੀਜ਼ ਨੂੰ ਕੀ ਕਿਹਾ ਜਾਂਦਾ ਗਾ, ਪੇਟੈਂਟ। ਮੰਨ ਕੇ ਚੱਲੋ ਤੁਸੀਂ ਕੋਈ ਵੀ ਇੱਕ ਚੀਜ਼ ਦੀ ਪੇਟੈਂਟ, ਮੰਨ ਕੇ ਚੱਲੋ ਤੁਸੀਂ ਪੈਨ ਕ੍ਰੀਏਟ ਕੀਤਾ ਗਾ। ਫੋਰ ਐਗਜ਼ਾਮਪਲ ਤੁਸੀਂ ਇਹ ਪੈਨ ਡਿਜੀਟਲੀ ਪੈਨ ਆ, ਇਹ ਲਾਈਟ ਵਾਲਾ ਪੈਨ ਹੈਗਾ, ਤੁਸੀਂ ਇਹ ਬਣਾਇਆ ਖੁਦ, ਇਨਵੈਂਸ਼ਨ ਕੀਤੀ ਇਹ ਚੀਜ਼ ਦੀ। ਸੋ ਇਹ ਚੀਜ਼ ਦਾ ਪੇਟੈਂਟ ਤੁਹਾਡੇ ਕੋਲ ਹੋ ਜਾਊਗਾ। ਜੇਕਰ ਇਹ ਚੀਜ਼ ਦੀ ਕੋਈ ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਵਰਤੋਂ ਕਰਦਾ ਗਾ ਜਾਂ ਇਸ ਦਾ ਉਪਯੋਗ ਕਰਦਾ, ਜਾਂ ਤੁਹਾਡਾ ਕੋਈ ਤੁਸੀਂ ਕੰਪਨੀ ਖੜੀ ਕਰਤੀ, ਕੰਪਨੀ ਦਾ ਤੁਸੀਂ ਨਾਮ ਰੱਖਤਾ ਲਾਈਕ ਇਹ ਕੰਪਨੀ ਹੈਗੀ, ਇਹ ਕੰਪਨੀ ਦਾ ਕੋਈ ਵਰਤੋਂ ਹੋਰ ਬੰਦਾ ਕਰਦਾ ਗਾ, ਤਾਂ ਉਹਦੀ ਉਹ ਕੀ ਹੈਗਾ ਕਿ ਗੈਰ ਕਾਨੂੰਨੀ ਹੈ, ਕਿਉਂਕਿ ਇਹ ਚੀਜ਼ ਦਾ ਪੇਟੈਂਟ ਅਧਿਕਾਰ ਤੁਹਾਡੇ ਕੋਲ ਹੈਗਾ ਜਿੰਨਾ ਟਾਈਮ ਤੁਸੀਂ ਇਹ ਚੀਜ਼ ਦੀ ਕਿਸੇ ਨੂੰ ਮਨਜ਼ੂਰੀ ਨਹੀਂ ਦਿੰਦੇ। ਸੋ ਉਸ ਚੀਜ਼ ਨੂੰ ਕੀ ਕਿਹਾ ਜਾਂਦਾ, ਅਧਿਕਾਰ ਨੂੰ ਪੇਟੈਂਟ ਕਿਹਾ ਜਾਂਦਾ ਗਾ। ਨੈਕਸਟ, ਉਹ ਸਰੋਤ ਕੁਦਰਤ ਤੋਂ ਬਿਨਾਂ ਕਿਸੇ ਸੋਧ ਦੇ ਲਏ ਜਾ ਸਕਦੇ ਹਨ, ਕੀ ਕਿਹਾ ਜਾਂਦਾ ਉਹਨਾਂ ਨੂੰ। ਸੋ ਰਿਜ਼ਰਵਜ਼, ਸਟਾਕ, ਮੈਨਮੇਡ ਜਾਂ ਨੈਚੁਰਲ ਰਿਸੋਰਸਸ। ਸੋ ਉਹਨੂੰ ਕਿਹਾ ਜਾਂਦਾ ਗਾ ਕੁਦਰਤੀ ਰਿਸੋਰਸਸ ਜਾਂ ਨੈਚੁਰਲ ਰਿਸੋਰਸਸ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਮੀਨਜ਼ ਜਿਹੜੇ ਸਰੋਤ ਕਿਸੇ ਸੇਧ 'ਤੇ ਲਏ ਜਾਂਦੇ ਆ, ਮੀਨਜ਼ ਉਹਨਾਂ ਨੂੰ ਜੋ ਕੁਦਰਤ ਦੇ ਦੁਆਰਾ ਆਪਾਂ ਨੂੰ ਮੁਫਤ ਦਿੱਤੇ ਜਾਂਦੇ ਹੈਗੇ, ਮੁਫਤ ਦਾਨ ਕੀਤੇ ਜਾਂਦੇ, ਲਾਈਕ ਸੂਰਜ ਦੀ ਰੋਸ਼ਨੀ ਲਾ ਲਓ, ਪਾਣੀ ਲਾ ਲਓ, ਇਹ ਕੀ ਆਪਾਂ ਨੂੰ ਇੱਕ ਕੁਦਰਤ ਨੇ ਮੁਫਤ ਦਿੱਤੀਆਂ ਚੀਜ਼ਾਂ। ਇਹ ਸਾਰੇ ਕੀ ਹੈਗੇ ਕੁਦਰਤ ਬਿਨਾਂ ਕਿਸੇ ਸੋਧ ਦੇ ਆਪਾਂ ਨੂੰ ਚੀਜ਼ ਦੇ ਦਿੰਦਾ ਗਾ। ਸੋ ਉਹਨਾਂ ਨੂੰ ਕੀ ਕਿਹਾ ਜਾਂਦਾ ਗਾ, ਨੈਚੁਰਲ ਰਿਸੋਰਸਸ ਕਿਹਾ ਜਾਂਦਾ ਗਾ। ਨੈਕਸਟ, ਹੇਠ ਲਿਖਿਆਂ ਵਿੱਚੋਂ ਮੁੱਕਣਯੋਗ ਸਾਧਨ ਕਿਹੜੇ ਹੈਗੇ। ਸੋ ਮੁੱਕਣਯੋਗ ਸਾਧਨ ਕਿਹੜੇ, ਇਹਨਾਂ ਵਿੱਚੋਂ ਦੇਖੋ ਸੂਰਜ ਦੀ ਰੋਸ਼ਨੀ, ਹਵਾ, ਪਾਣੀ ਜਾਂ ਪੈਟਰੋਲੀਅਮ। ਸੋ ਜੋ ਮੁੱਕਣਯੋਗ ਸਾਧਨ ਹਨ ਉਹ ਹਨ
ਪੈਟਰੋਲੀਅਮ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੂਰਜ ਦੀ ਰੋਸ਼ਨੀ ਨਹੀਂ ਮੁੱਕ ਸਕਦੀ, ਹਵਾ, ਪਾਣੀ, ਇਹ ਚੀਜ਼ਾਂ ਕੀ ਹੈ, ਇਹ ਨਾ ਮੁੱਕਣਯੋਗ ਚੀਜ਼ਾਂ ਹਨ। ਸੋ ਜਿਹੜੀ ਚੀਜ਼ ਮੁੱਕਣਯੋਗ ਆ ਉਹ ਹੈਗੀ ਪੈਟਰੋਲੀਅਮ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਪੈਟਰੋਲੀਅਮ ਦੀ ਇੰਨੀ ਡੇ ਬਾਏ ਡੇ ਜ਼ਿਆਦਾ ਵਰਤੋਂ ਹੋ ਰਹੀ ਹੈ, ਸੋ ਇਸ ਕਰਕੇ ਇਹ ਕਿਸੇ ਨਾ ਕਿਸੇ ਦਿਨ ਮੁੱਕ ਜ਼ਰੂਰ ਜਾ ਸਕਦਾ ਗਾ। ਨੈਕਸਟ ਕਹਿੰਦਾ ਢਲਾਣ ਵਾਲੀਆਂ ਢਲਾਣਾਂ 'ਤੇ ਮਿੱਟੀ ਦੇ ਕਟੌਤੀ ਨੂੰ ਰੋਕਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਤਰੀਕਾ ਸਭ ਤੋਂ ਢੁਕਵਾਂ ਹੈ। ਸੋ ਕਿਹੜਾ ਹੈਗਾ ਜੋ ਕਿ ਢਲਾਣ ਵਾਲੀਆਂ ਮੀਨਸ ਪਹਾੜੀ ਇਲਾਕਿਆਂ ਦੇ ਵਿੱਚ ਜਿੱਥੇ ਢਲਾਣਾਂ ਹੁੰਦੀਆਂ ਹਨ, ਉਸ ਮਿੱਟੀ ਦੇ ਕਟੌਤੀ ਨੂੰ, ਮਿੱਟੀ ਜੋ ਖੁਰਨ ਤੋਂ ਰੋਕਣ ਲਈ ਜਾਂ ਕੱਟਣ ਤੋਂ ਰੋਕਣ ਲਈ ਕਿਹੜੀ ਖੇਤੀ ਦਾ ਤਰੀਕਾ ਸਭ ਤੋਂ ਵਧੀਆ ਹੈਗਾ। ਆਸਰਾ ਬਿਲਟਾਂ, ਮਲਚਿੰਗ, ਛੱਤ ਦੀ ਕਾਸ਼ਤ ਜਾਂ ਕੰਟੋਰ ਬੰਡਿੰਗ। ਸੋ ਉਹਦੇ ਲਈ ਜੋ ਸਭ ਤੋਂ ਵਧੀਆ ਤਰੀਕਾ ਉਹ ਹੈਗਾ ਛੱਤ ਦੀ ਕਾਸ਼ਤ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਇਹ ਖੇਤੀ ਕੀ ਹੈ ਸਭ ਤੋਂ ਬੈਸਟ ਹੈਗੀ, ਜਾਂ ਲਾਈਕ ਜਿਵੇਂ ਪੌੜੀਨੁਮਾ ਖੇਤੀ ਹੋ ਗਈ ਉਹ ਚੀਜ਼ ਹੈਗੀ। ਜਿਵੇਂ ਕਿ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ, ਇਹ ਹੈਗੀ ਟੈਰਸ ਖੇਤੀ। ਆਹ ਕੀ ਹੈਗੀ ਛੱਤ ਵਾਲੀ, ਜਿਹਨੂੰ ਆਪਾਂ ਖੇਤੀ ਕਹਿੰਦੇ ਹੈਗੇ। ਆਹ ਸ਼ੈਲਟਰ ਖੇਤੀ ਹੋ ਗਈ, ਆਹ ਮਲਚਿੰਗ ਖੇਤੀ ਹੋ ਗਈ। ਇਹ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ। ਨੈਕਸਟ ਜਿਵੇਂ ਕਿ ਛੱਤ ਨਾਲ ਢਲਾਣਾਂ 'ਤੇ ਬਣੀ ਹੋਈ ਇੱਕ ਚੌੜੀ ਸਮਤਲ ਹੁੰਦੀ ਹੈਗੀ। ਖੜੀਆਂ ਢਲਾਣਾਂ 'ਤੇ ਮਿੱਟੀ ਦੀ ਕਟੌਤੀ ਨੂੰ ਰੋਕਣ ਲਈ ਛੱਤ ਦੀ ਕਾਸ਼ਤ ਸਭ ਤੋਂ ਢੁਕਵੀਂ ਮੀਨ ਜੇ ਬੈਸਟ ਹੈਗੀ, ਜਦੋਂ ਖੜੀਆਂ ਢਲਾਣਾਂ 'ਤੇ ਜੋ ਕਿ ਮਿੱਟੀ ਦੀ ਕਟੌਤੀ ਨੂੰ ਰੋਕਣ ਲਈ। ਸੋ ਨੰਗੀ ਜ਼ਮੀਨ 'ਤੇ ਕਟਾਵ ਨੂੰ ਰੋਕਣ ਲਈ ਮਲਚਿੰਗ ਸਭ ਤੋਂ ਉਚਿਤ ਹੈਗੀ। ਤੱਟਵਰਤੀ ਖੇਤਰ 'ਤੇ ਸੁੱਕੇ ਖੇਤਰਾਂ ਵਿੱਚ ਹਵਾ ਦੇ ਕਟੌਤੀ ਨੂੰ ਰੋਕਣ ਲਈ ਆਸਰਾ ਬੈਲਟਾਂ ਨੂੰ ਪੇਂਟ ਕੀਤਾ ਜਾ ਸਕਦਾ ਹੈਗਾ। ਮੀਨਜ਼ ਪੇਂਟ ਕੀਤਾ ਜਾ ਸਕਦਾ, ਖੇਤੀ ਕੀਤੀ ਜਾ ਸਕਦੀ ਹੈਗੀ। ਨੈਕਸਟ ਸੋ ਜੇਕਰ ਤੁਸੀਂ ਵੀਡੀਓ ਨੂੰ ਹਜੇ ਤੱਕ ਲਾਈਕ ਨਹੀਂ ਕੀਤਾ, ਜੇਕਰ ਜਾਣਕਾਰੀ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਤੁਹਾਡੀ ਇੱਕ ਲਾਈਕ ਨਾਲ ਮਤਲਬ ਕਿ ਹੋਰ ਇੱਕ ਚੰਗੀ ਚੀਜ਼ ਤਿਆਰ ਕਰਨ ਨੂੰ ਮਨ ਕਰਦਾ ਹੈਗਾ। ਸੋ ਹੇਠਾਂ ਦਿੱਤੇ ਵਿੱਚੋਂ ਕਿਹੜਾ ਮਿੱਟੀ ਦੇ ਗਠਨ ਦਾ ਕਾਰਕ ਨਹੀਂ ਹੈਗਾ। ਸਮਾਂ, ਮਿੱਟੀ ਦੀ ਬਣਤਰ, ਜੈਵਿਕ ਪਦਾਰਥ ਜਾਂ ਜਲਵਾਯੂ। ਸੋ ਮਿੱਟੀ ਦੇ ਗਠਨ ਦਾ ਕਾਰਕ ਕਿਹੜਾ ਨਹੀਂ ਹੈਗਾ, ਉਹ ਹੈਗਾ ਮਿੱਟੀ ਦੀ ਬਣਤਰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਮਿੱਟੀ ਦੀ ਬਣਤਰ ਕੀ ਹੈਗਾ, ਕਿਹੜੀਆਂ ਚੀਜ਼ਾਂ ਕਰਕੇ ਹੁੰਦੀ ਹੈ, ਇਹ ਇੱਕ ਭੌਤਿਕ ਜਾਇਦਾਦ ਹੈਗੀ ਜੋ ਕਿ ਮਿੱਟੀ ਦਾ ਗਠਨ ਹੈਗਾ। ਸੋ ਮਿੱਟੀ ਦਾ ਗਠਨ ਕਿਹੜੀਆਂ ਚੀਜ਼ਾਂ ਕਰਕੇ ਹੁੰਦਾ ਗਾ, ਚਟਾਨਾਂ ਕਰਕੇ ਹੁੰਦਾ ਗਾ, ਜਲਵਾਯੂ ਕਰਕੇ ਹੁੰਦਾ ਗਾ, ਸਮੇਂ ਕਰਕੇ ਤਾਂ ਹੋਣਾ ਹੀ ਹੋਣਾ ਗਾ, ਕਿਉਂਕਿ ਸੋ ਜੀਵ ਜੰਤੂ ਹੋ ਗਏ, ਮਾਈਕਰੋ ਜੀਵ ਹੋ ਗਏ, ਇਹ ਸਾਰੀਆਂ ਚੀਜ਼ਾਂ ਕਰਕੇ ਕੀ ਹੈਗਾ ਜੋ ਕਿ ਢਲਾਣਾਂ ਤੋਂ ਮਿੱਟੀ ਨੀਚੇ ਆਉਂਦੀ ਹੈਗੀ, ਉਹਨਾਂ ਕਰਕੇ ਸਾਰੀ ਚੀਜ਼ਾਂ ਕਰਕੇ ਮਿੱਟੀ ਦਾ ਗਠਨ ਹੁੰਦਾ ਗਾ। ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤ ਦੀ ਸੰਭਾਲ ਦੇ ਹੱਕ ਵਿੱਚ ਨਹੀਂ ਹੈਗਾ। ਸੋ ਜੋ ਕਿਹੜਾ ਚੀਜ਼ ਹੈਗੀ ਕੁਦਰਤ ਨੂੰ ਆਪਾਂ ਜੋ ਕਿ ਸੰਭਾਲ ਕੇ ਰੱਖਦੇ ਹਾਂ ਉਹਦੇ ਹੱਕ ਵਿੱਚ ਨਹੀਂ ਹੈਗਾ। ਜਦੋਂ ਵਰਤੋਂ ਵਿੱਚ ਨਾ ਹੋਵੇ ਬਲਬ ਨੂੰ ਬੰਦ ਕਰ ਦਿਓ। ਵਰਤਣ ਤੋਂ ਤੁਰੰਤ ਬਾਅਦ ਟੂਟੀ ਬੰਦ ਕਰ ਦਿਓ। ਖਰੀਦਦਾਰੀ ਤੋਂ ਬਾਅਦ ਪੋਲੀਥੀਨ ਬੈਗ ਦਾ ਪੈਕ ਦਾ ਨਿਪਟਾਰਾ ਕਰੋ। ਮੋਟਰਸਾਈਕਲ ਦੀ ਬਜਾਏ ਸਾਈਕਲ ਦੀ ਵਰਤੋਂ ਕਰੋ। ਸੋ ਤੁਸੀਂ ਆਪ ਹੀ ਦੇਖੋ ਕਿਹੜੀ ਚੀਜ਼ ਕੁਦਰਤ ਦੀ ਸੰਭਾਲ ਦੇ ਹੱਕ ਵਿੱਚ ਨਹੀਂ ਹੋ ਸਕਦੀ। ਮੀਨਜ਼ ਆਪਾਂ ਨੂੰ ਬਿਜਲੀ ਬਚਾ ਕੇ ਰੱਖਣੀ ਚਾਹੀਦੀ ਹੈ। ਜਦੋਂ ਆਪਾਂ ਕੋਈ ਵਰਤੋਂ ਵਿੱਚ ਨਾ ਹੋਵੇ ਕੀ ਹੈ ਬਲਬ ਨੂੰ ਬੰਦ ਕਰ ਦਿਓ। ਪਰ ਆਪਣੇ ਕੀ ਹੈਗਾ ਉਲਟਾ ਸਿਸਟਮ ਹੈਗਾ। ਜਦੋਂ ਦੀ ਬਿਜਲੀ ਥੋੜ੍ਹੀ ਜਿਹੀ ਮਾਫ ਹੋਈ ਆ ਯੂਨਿਟ, ਸੋ ਮੈਂ ਗਲਤ ਨਹੀਂ ਕਹਿਣਾ ਚਾਹੁੰਦਾ ਹੈਗਾ, ਪਰ ਕੀ ਚੀਜ਼ ਹੈਗੀ ਬਲਬ ਜਾਂ ਕੋਈ ਵੀ ਲਾਈਟ ਹੈਗੀ ਸਾਰਾ ਦਿਨ ਇੱਦਾਂ ਹੀ ਚੱਲੀ ਜਾਂਦੀ ਰਹਿੰਦੀ ਹੈਗੀ। ਕੀ ਕਰਦੇ ਹੈਗੇ ਆਪਣੇ, ਕਿਹੜਾ ਕੋਈ ਬਿੱਲ ਆਉਣਾ ਗਾ, ਲਾਈਟ ਚੱਲੀ ਜਾਊਗੀ। ਸੋ ਇਹਦਾ ਕੀ ਹੈਗਾ ਨੁਕਸਾਨ ਹੈਗਾ ਆਪਾਂ ਨੂੰ ਹੀ। ਸੋ ਇਹ ਕੀ ਬੋਝ ਕਿਹਦੇ 'ਤੇ ਪੈ ਰਿਹਾ ਹੈਗਾ, ਆਪਣੇ 'ਤੇ ਹੀ ਪੈ ਰਿਹਾ ਹੈਗਾ। ਸੋ ਵਰਤਣ ਤੋਂ ਕਹਿੰਦਾ ਮੀਨਜ਼ ਪਾਣੀ ਵਰਤਣ ਤੋਂ ਬਾਅਦ ਟੂਟੀ ਬੰਦ ਕਰ ਦਿਓ, ਪਰ ਆਪਣੇ ਨਹੀਂ। ਆਪਣੇ ਵੀ ਕੀ ਹੈਗਾ ਹੱਥ ਧੋਣਗੇ ਜਾਂ ਕੋਈ ਵੀ ਚੀਜ਼ ਵਰਤਣਗੇ ਉਹਨੂੰ ਕੀ ਹੈਗਾ ਟੂਟੀ ਇੱਦਾਂ ਹੀ ਖੁੱਲ੍ਹੀ ਛੱਡ ਦੇਣਗੇ। ਪਾਣੀ ਦੀ ਸਭ ਤੋਂ ਜ਼ਿਆਦਾ ਵੇਸਟੇਜ ਆਪਣੇ ਹੀ ਹੁੰਦੀ ਹੈਗੀ। ਸੋ ਫਿਰ ਕੀ ਹੈਗਾ ਖਰੀਦਦਾਰੀ ਤੋਂ ਬਾਅਦ ਪੋਲੀ ਪੈਕ ਦਾ ਨਿਪਟਾਰਾ ਕਰੋ। ਪੋਲੀਥੀਨ ਕੀ ਕਰਦੇ ਹੈਗੇ ਆਪਾਂ ਕੋਈ ਵੀ ਖਰੀਦਦਾਰੀ ਲੈ ਲਈ, ਲਾਈਕ ਸਬਜ਼ੀ ਲੈ ਲਈ, ਸਬਜ਼ੀ ਖਰੀਦ ਕੇ ਜਾਂ ਕੋਈ ਵੀ ਕੁਰਕਰੇ ਖਾ ਲਏ ਜਾਂ ਲੇਜ਼ ਖਾ ਲਏ, ਕੀ ਕਰਦੇ ਹੈਗੇ ਖਾ ਕੇ ਪਹਿਲਾਂ ਤਾਂ ਮੈਂ ਦੇਖਿਆ ਕਿ ਜਿਵੇਂ ਬੱਸ 'ਚ ਸਿੱਟ ਦਿੰਦੇ ਜਾਂ ਤੁਰੇ ਜਾਂਦੇ ਰਸਤੇ ਦੇ ਵਿੱਚ ਖਾਂਦੇ ਹੈਗੇ, ਉਹਨੂੰ ਕੀ ਕਰਦੇ ਖਾਂਦੇ ਹੈਗੇ ਰਸਤੇ ਦੇ ਵਿੱਚ ਸੁੱਟ ਦਿੰਦੇ ਹੈਗੇ। ਪਰ ਪਲੀਜ਼ ਇੱਦਾਂ ਨਾ ਕਰਿਆ ਕਰੋ।
नहीं करना चाहिए गा। इन्हां दा सही तरह का जदों डस्टबिन या कुछ भी कुदरत का खिलवाड़ ना करो। सो अपना सही उत्तर की हो जूगा ऑप्शन सी इज़ द राइट आंसर। किहड़ा कुदरती दी चीज़ के खिलाफ खरीददारी तो बाद पॉलीथीन पैक का निपटारा करो। मोटरसाइकिल की बजाय कहते साइकिल की वरतों करो। ये एक गाइडलाइन दित्तियां होईयां गा भी जदों वरतों ना होवे तां बंद कर दो, तुरंत बाद टूटी बंद कर दो, मोटरसाइकिल की बजाय साइकिल की वरतों करो। एक एक दस्सिया होया गा भी कुदरत दी संभाल किद्दां हो सकदी हैगी। मोटरसाइकिल नाल की हुंदा गा किन्ना कि प्रदूषण पैदा हुंदा गा, पर आपां की करदे जाना किलोमीटर ते भी हुंदा गा, तुरन दी बजाय जां साइकिल जाण दी बजाय की करदे हैगे बाइक जां स्कूटी की वरतों करदे हैगे। पर अज दा क्योंकि ये नाल कि अपने हैल्थ नाल भी खिलवाड़ हो रहा हैगा। सो 3 चीज़ां की है कि कुदरत के संभाल के हक दे विच हन। किहड़ी चीज़ नहीं है खरीददारी तो बाद तुरंत बाद पॉलीथीन पैक का निपटारा करो। कहंदे ये की हैगा कुदरत के संभाल के खिलाफ हैगा, हक च नहीं हैगा। नैक्सट ਹੇਠਾਂ ਦਿੱਤੇ ਖੇਤਰਾਂ ਵਿੱਚੋਂ ਕਿਹੜਾ ਖੇਤਰ ਆਮ ਤੌਰ 'ਤੇ ਸੰਘਣੀ ਆਬਾਦੀ ਵਾਲਾ ਹੁੰਦਾ ਗਾ। ਸੋ ਜਿੱਥੇ ਸੰਘਣੀ ਆਬਾਦੀ ਹੁੰਦੀ ਹੈਗੀ ਉਸ ਖੇਤਰ ਨੂੰ ਕੀ ਕਿਹਾ ਜਾਂਦਾ ਗਾ। ਮਾਰੂਥਲ ਖੇਤਰ, ਸੰਘਣੇ ਜੰਗਲ ਵਾਲੇ ਖੇਤਰ, ਮੈਦਾਨੀ ਅਤੇ ਨਦੀ ਘਾਟੀ ਜਾਂ ਪਹਾੜਾਂ ਦੀਆਂ ਢਲਾਨਾਂ। ਸੋ ਤੁਸੀਂ ਦੇਖੋ ਸੰਘਣੀ ਆਬਾਦੀ ਕਿੱਥੇ ਹੁੰਦੀ ਹੈਗੀ ਮੈਦਾਨੀ ਖੇਤਰਾਂ ਦੇ ਵਿੱਚ। ਆਪਾਂ ਜ਼ਿਆਦਾਤਰ ਕਿੱਥੇ ਰਹਿੰਗੇ ਮੈਦਾਨੀ ਖੇਤਰਾਂ ਦੇ ਵਿੱਚ ਰਹਿ ਰਹੇ ਹਾਂ। ਤਾਂ ਸੰਘਣੀ ਆਬਾਦੀ ਕਿੱਥੇ ਹੈਗੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਕਿਉਂਕਿ ਆਪਣੇ ਕੀ ਨਦੀਆਂ ਵੀ ਹੈਗੀਆਂ ਅਤੇ मैदानी खेत्र भी हैगा। सो तुसी देखो मारूथल खेत्रां दे विच संघनी आबादी हो सकती हैगी नहीं हो सकती गी। संघने जंगलों दे विच कोई तुसी लोग रहिंदे देखे है संघनी जगह ते घर पाए नहीं हो सकते गे, ये भी नहीं हो सकता। सो पहाड़ां दीयां ढलानां ते घर पाए देखे कित्थे कित्थे देखे जो पहाड़ां दे विच भी जाने किन्नी दूर दूर तक मकान हुंदे जां किन्नी क संघनी आबादी हुंदी है नहीं हुंदी। सो संघनी आबादी कित्थे हुंदी है मैदानी ते नदी घाटी दे विच खेत्रां दे विच ਹੁੰਦੀ ਹੈਗੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਮਨੁੱਖੀ ਕਾਰਕ ਹੈ ਜੋ ਬੱਚੇ ਦੀ ਵਰਤੋਂ ਦੇ ਪੈਟਰਨ ਨੂੰ ਨਿਰਧਾਰਿਤ ਕਰਦਾ ਗਾ। ਸੋ ਉਹਨੂੰ ਕੀ ਕਿਹਾ ਜਾਂਦਾ ਗਾ ਟੋਪੋਗ੍ਰਾਫੀ, ਜਲਵਾਯੂ, ਪਾਣੀ ਦੀ ਉਪਲਬਧਤਾ ਜਾਂ ਆਬਾਦੀ ਅਤੇ ਤਕਨੋਲੋਜੀ। ਸੋ ਉਹ ਚੀਜ਼ ਨੂੰ ਕੀ ਕਿਹਾ ਜਾਂਦਾ ਮਨੁੱਖੀ ਕਾਰਕ ਵਾਲੇ ਨੂੰ। ਸੋ ਉਹਨੂੰ ਕਿਹਾ ਜਾਂਦਾ ਗਾ ਆਬਾਦੀ ਅਤੇ ਤਕਨੋਲੋਜੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਜੋ ਕਿ ਮਨੁੱਖੀ ਕਾਰਕ ਹੈਗਾ ਬੱਚੇ ਦੀ ਵਰਤੋਂ ਤੇ ਪੈਟਰਨ ਤੇ ਨਿਰਧਾਰਿਤ ਕੀ ਕਰਦਾ ਗਾ ਆਬਾਦੀ ਅਤੇ ਟੈਕਨੋਲੋਜੀ ਕਰਦੀ ਹੈਗੀ ਬੱਚੇ ਦੀ ਤੇ ਉਹਦੇ ਤੇ ਮਨੁੱਖੀ ਕਾਰਕ ਹੈਗਾ। ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਖੇਤੀ ਅਤੇ ਉਸਾਰੀ ਗਤੀਵਿਧੀਆਂ ਦੇ ਵਿਸਥਾਰ ਕਾਰਨ ਵਾਤਾਵਰਣ ਲਈ ਵੱਡੇ ਖਤਰੇ ਹੋ ਸਕਦੇ ਹਨ। ਜ਼ਮੀਨ ਦੀ ਗਿਰਾਵਟ ਹੋ ਸਕਦੀ ਹੈਗੀ, ਜ਼ਮੀਨ ਦਾ ਖਿਸਕਣਾ ਅਤੇ ਮਿੱਟੀ, ਮਾਰੂਥਲੀਕਰਨ ਜਾਂ ਉਪਰੋਕਤ ਸਾਰੇ। ਕਿਉਂਕਿ ਜ਼ਮੀਨ ਦੀ ਗਿਰਾਵਟ ਵੀ ਹੋ ਸਕਦੀ ਹੈਗੀ, ਜ਼ਮੀਨ ਖਿਸਕਣਾ ਵੀ ਹੋ ਸਕਦਾ ਗਾ, ਮਾਰੂਥਲੀਕਰਨ ਵੀ ਹੋ ਸਕਦਾ ਗਾ। ਸੋ ਸਹੀ ਉੱਤਰ ਕੀ ਹੋ ਜੂ ਆਪਣਾ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਸੋ ਨੈਕਸਟ ਕੀ ਹੈ ਕਹਿੰਦਾ ਜ਼ਮੀਨੀ ਸਰੋਤਾਂ ਨੂੰ ਬਚਾਉਣ ਲਈ ਹੇਠਾਂ ਦਿੱਤੇ ਕੁਝ ਆਮ ਤਰੀਕੇ ਕਿਹੜੇ ਹੈਗੇ। ਜੰਗਲਾਤ ਆ, ਜ਼ਮੀਨ ਦੀ ਮੁੜ ਪ੍ਰਾਪਤੀ ਆ, ਰਸਾਇਣਿਕ ਕੀਟਨਾਸ਼ਕਾਂ ਅਤੇ ਖਾਦਾਂ ਦੀ ਨਿਯੰਤਰਿਤ ਵਰਤੋਂ ਅਤੇ ਓਵਰ ਚਰਾਉਣ ਦੀ ਜਾਂਚ ਕੀਤੀ ਗਈ ਹੈ ਜਾਂ ਉਪਰੋਕਤ ਸਾਰੇ। ਸੋ ਮੀਨਜ਼ ਜ਼ਮੀਨੀ ਸਰੋਤਾਂ ਨੂੰ ਬਚਾਉਣ ਲਈ ਮੀਨਜ਼ ਜ਼ਮੀਨ ਦੇ ਉੱਪਰ ਕੋਈ ਵੀ ਕੁਦਰਤੀ ਚੀਜ਼ ਹੋ ਰਹੀ ਹੈਗੀ, ਲਾਈਕ ਕੁਦਰਤੀ ਬਨਸਪਤੀ ਹੋ ਰਹੀ ਹੈਗੀ, ਕੁਦਰਤ ਦੇ ਦੁਆਰਾ ਕੋਈ ਵੀ ਚੀਜ਼ ਆਟੋਮੈਟਿਕ ਆਪਣੇ ਆਪ ਉਗਦੀ ਹੈਗੀ ਜਾਂ ਹੁੰਦੀ ਹੈਗੀ, ਉਹਨੂੰ ਬਚਾਉਣ ਲਈ ਕੀ ਤਰੀਕੇ ਹੋ ਸਕਦੇ ਆ। ਉਹਨੂੰ ਬਚਾਉਣ ਲਈ ਸਾਰੇ ਤਰੀਕੇ ਹੋ ਸਕਦੇ ਹੈਗੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ, ਕਿਉਂਕਿ ਜੰਗਲਾਤ, ਕਿਉਂਕਿ ਜ਼ਮੀਨ ਨੂੰ ਚੀਜ਼ ਨੂੰ ਬਣਾਉਣ ਲਈ ਜੰਗਲਾਤ ਜ਼ਿਆਦਾਤਰ ਖੇਤਰਫਲ ਦੇ ਉੱਪਰ ਬਹੁਤ ਜ਼ਰੂਰੀ ਹੈਗਾ ਜ਼ਮੀਨ ਦੇ। ਪਰ ਆਪਣੇ ਸਮੇਂ ਆਪਣੇ ਕੀ ਹੈਗਾ ਦਰਖਤ ਬਹੁਤ ਜ਼ਿਆਦਾ ਘੱਟ ਹੋ ਰਹੇ ਹੈਗੇ। ਜੰਗਲਾਤ ਤੁਸੀਂ ਆਪਣੇ ਆਸੇ ਪਾਸੇ ਹੀ ਦੇਖੋ, ਤੁਹਾਡੇ ਆਸੇ ਪਾਸੇ ਕਿੰਨਾ ਕੁ ਹੈਗਾ। ਸੋ ਜ਼ਮੀਨ ਦੀ ਮੁੜ ਪ੍ਰਾਪਤੀ, ਜ਼ਮੀਨ ਦੀ ਕੀ ਹੈਗਾ ਉਹਨੂੰ ਦੁਬਾਰੇ ਰੀਸਰਕੂਲੇਟ ਕਰਕੇ ਮੁੜ ਪ੍ਰਾਪਤੀ ਕੀਤੀ ਜਾ ਸਕਦੀ। ਰਸਾਇਣਿਕ ਕੀਟਨਾਸ਼ਕਾਂ ਦੀ ਵਰਤੋਂ ਆ ਜਿਹੜੀ ਆਪਾਂ ਖਾਦਾਂ ਦੀ ਖੇਤਾਂ ਦੇ ਵਿੱਚ ਵਰਤੋਂ ਕਰਦੇ ਹਾਂ, ਉਹਨੂੰ ਬਹੁਤ ਸੀਮਤ ਪੱਧਰ ਤੱਕ ਕਰਨੀ ਚਾਹੀਦੀ ਹੈ। ਉਹਨਾਂ ਦੀ ਕੀ ਹੈਗਾ ਉਹਨਾਂ ਨੂੰ ਬਹੁਤ ਘੱਟ ਵਰਤੋਂ ਕਰਨੀ ਚਾਹੀਦੀ ਹੈ। ਲਾਈਕ ਹੁਣ ਤੁਸੀਂ ਕਣਕ ਲਾ ਲਓ, ਕਣਕ ਦੇ ਉੱਪਰ ਕੀ ਕਰਦੇ ਹਾਂ ਆਪਾਂ ਸਪਰੇਅ ਕਰਦੇ ਹੈਗੇ, ਖਾਦਾਂ ਪਾਉਣੇ ਹੈਗੇ, ਕਿਉਂਕਿ ਉਹ ਚੀਜ਼ ਆਪਾਂ ਹੀ ਖਾਣੀ ਹੈਗੀ। ਸੋ ਇਹਨਾਂ ਦੀ ਕੀ ਹੈਗੀ ਵਰਤੋਂ ਸੋਚ ਸਮਝ ਕੇ ਬਹੁਤ ਸੀਮਿਤ ਮਾਤਰਾ ਦੇ ਵਿੱਚ ਕਰਨੀ ਚਾਹੀਦੀ ਹੈਗੀ। ਓਵਰ ਜ਼ਿਆਦਾ ਚਰਾਉਣੀ ਨਹੀਂ ਚਾਹੀਦੀ। ਮੀਨਜ਼ ਪਸ਼ੂਆਂ ਕੀ ਹੈਗਾ ਓਵਰ ਚਰਾਉਣਾ
ਪਸ਼ੂਆਂ ਨੂੰ ਜ਼ਿਆਦਾ ਨਹੀਂ ਚਰਾਉਣਾ ਚਾਹੀਦਾ ਗਾ। ਕੀ ਇਹਦੇ ਨਾਲ ਜੋ ਕਿ ਕੁਦਰਤੀ ਬਨਸਪਤੀ ਹੁੰਦੀ ਹੈਗੀ ਉਹ ਇਹਦੇ ਨਾਲ ਕੀ ਹੁੰਦਾ ਗਾ, ਨਸ਼ਟ ਹੁੰਦੀ ਹੈਗੀ, ਜੋ ਕਿ ਕੁਦਰਤ ਦੇ ਦੁਆਰਾ ਕੋਈ ਵੀ ਜੜੀਆਂ ਬੂਟੀਆਂ ਲਾ ਲਓ ਉੱਗੀਆਂ ਹੁੰਦੀਆਂ ਉਹ ਪਸ਼ੂ ਖਾ ਜਾਂਦੇ ਹੈਗੇ। ਉਹ ਕੀ ਹੁੰਦਾ, ਉਹਨੂੰ ਓਵਰ ਚਰਾਉਣ 'ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ, ਉਹਨੂੰ ਘੱਟ ਚਰਾਉਣਾ ਚਾਹੀਦਾ ਗਾ। ਸੋ ਕੀ ਹੋ ਜੂ, ਸਾਰਾ ਹੀ ਹੋ ਜੂਗਾ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਤਾਪਮਾਨ ਵਿੱਚ ਤਬਦੀਲੀਆਂ ਠੰਡ ਦੀ ਪ੍ਰਕਿਰਿਆ ਪੌਦਿਆਂ, ਜਾਨਵਰਾਂ ਅਤੇ ਮਨੁੱਖੀ ਗਤੀਵਿਧੀਆਂ ਦੁਆਰਾ ਪ੍ਰਕਾਸ਼ਿਤ ਚਟਾਨਾਂ ਦੇ ਟੁੱਟਣ ਅਤੇ ਸੜਨ ਨੂੰ ਕੀ ਕਿਹਾ ਜਾਂਦਾ ਹੈਗਾ। ਸੋ ਉਹਨੂੰ ਕੀ ਕਿਹਾ ਜਾਂਦਾ ਹੈਗਾ, ਕਟਾਵ, ਮੌਸਮ, ਜ਼ਮੀਨ ਖਿਸਕਣਾ ਜਾਂ ਮਾਰੂਥਲੀਕਰਨ। ਸੋ ਉਹਨੂੰ ਕਿਹਾ ਜਾਂਦਾ ਹੈਗਾ ਵੈਦਰਿੰਗ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਮਿੱਟੀ ਦੇ ਕਟੌਤੀ ਨੂੰ ਰੋਕ ਸਕਦਾ ਹੈਗਾ। ਸੋ ਮਿੱਟੀ ਦੇ ਕਟੌਤੀ ਨੂੰ ਕੀ ਰੋਕ ਸਕਦਾ ਗਾ, ਜ਼ਮੀਨ ਦੀ ਵਰਤੋਂ, ਹਿਊਮਸ, ਰੌਕ ਡੈਮ ਜਾਂ ਜੀਵ ਮੰਡਲ। ਸੋ ਮਿੱਟੀ ਦੇ ਕਟੌਤੀ ਨੂੰ ਕੀ ਰੋਕਦਾ ਗਾ, ਰੌਕ ਡੈਮ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਡੈਮ ਜੋ ਬਣੇ ਹੁੰਦੇ ਹਨ, ਮਨੁੱਖ ਦੇ ਦੁਆਰਾ ਕ੍ਰੀਏਟ ਕੀਤੇ ਹੁੰਦੇ ਹਨ, ਉਹ ਕੀ ਹੈਗੇ, ਮਿੱਟੀ ਦੀ ਕਟੌਤੀ ਨੂੰ ਰੋਕਦੇ ਆ, ਜੋ ਕਿ ਆਪਦੇ ਪਾਣੀ ਆਪਣੇ ਨਾਲ ਮਿੱਟੀ ਨੂੰ ਲੈ ਕੇ ਆਉਂਦੇ। ਨੈਕਸਟ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈਗਾ। ਇਹੋ ਜਿਹੇ ਪ੍ਰਸ਼ਨ ਬਹੁਤ ਆਉਂਦੇ ਹੈਗੇ ਬਈ PS ਟੈਟ ਦੇ ਵਿੱਚ। ਸੋ ਇਹੋ ਜਿਹੇ ਪ੍ਰਸ਼ਨਾਂ ਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ ਹੁੰਦਾ ਕਿ ਬਿਲਕੁਲ ਨੋਰਮਲ ਹੁੰਦੇ ਹੈਗੇ, ਫ੍ਰੀ ਦਾ ਨੰਬਰ ਹੁੰਦਾ ਹੈਗਾ। ਸੋ ਕਿਹੜਾ ਕਥਨ ਗਲਤ ਹੋ ਸਕਦਾ ਹੈਗਾ, ਭਾਰਤ ਦਾ ਗੰਗਾ ਬ੍ਰਹਮਪੁੱਤਰ ਮੈਦਾਨ ਇੱਕ ਬਹੁਤ ਜ਼ਿਆਦਾ ਆਬਾਦੀ ਵਾਲਾ ਖੇਤਰ ਹੈ। ਭਾਰਤ ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ ਘਟ ਰਹੀ ਹੈ। ਹਵਾ ਦੀ ਗਤੀ ਨੂੰ ਰੋਕਣ ਲਈ ਤਟਵਰਤੀ ਖੇਤਰਾਂ ਵਿੱਚ ਲਗਾਏ ਗਏ ਰੁੱਖਾਂ ਦੀਆਂ ਕਤਾਰਾਂ ਨੂੰ ਸ਼ੈਲਟਰ ਬੈਲਟ ਕਿਹਾ ਜਾਂਦਾ ਹੈ। ਮਨੁੱਖੀ ਦਖਲ ਅੰਦਾਜ਼ੀ ਅਤੇ ਜਲਵਾਯੂ ਵਿੱਚ ਤਬਦੀਲੀਆਂ ਦੇ ਈਕੋਸਿਸਟਮ ਨੂੰ ਕਾਇਮ ਰੱਖ ਸਕਦੀਆਂ ਹਨ। ਸੋ ਕੀ ਹੋ ਸਕਦਾ ਗਾ, ਇਹਦੇ ਵਿੱਚ ਹੋ ਸਕਦਾ ਗਾ ਮਨੁੱਖੀ ਦਖਲ ਅੰਦਾਜ਼ੀ ਵਿੱਚ ਜਲਵਾਯੂ ਤਬਦੀਲੀਆਂ ਈਕੋਸਿਸਟਮ ਨੂੰ ਕਾਇਮ ਰੱਖ ਸਕਦੀਆਂ ਨੇ। ਸੋ ਕੀ ਆਪਣਾ ਇਹਦੇ ਵਿੱਚ ਗਲਤ ਉੱਤਰ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਮੀਨਜ਼ ਕੁਐਸਚਨ ਦੇ ਅਕੋਰਡਿੰਗ ਸਹੀ ਉੱਤਰ ਅਤੇ ਸਟੇਟਮੈਂਟ ਦੇ ਅਕੋਰਡਿੰਗ ਰੋਂਗ ਉੱਤਰ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਮਿੱਟੀ ਦੇ ਉੱਪਰ ਜਮ੍ਹਾਂ ਹੋਏ ਜੈਵਿਕ ਪਦਾਰਥ ਨੂੰ ਕੀ ਕਿਹਾ ਜਾਂਦਾ ਹੈਗਾ। ਸੋ ਜੋ ਮਿੱਟੀ ਦੇ ਉੱਪਰ ਜੈਵਿਕ ਪਦਾਰਥ ਜਮ੍ਹਾਂ ਹੁੰਦਾ ਗਾ ਉਹਨੂੰ ਕੀ ਕਿਹਾ ਜਾਂਦਾ ਗਾ, ਜ਼ਮੀਨ ਦੀ ਵਰਤੋਂ, ਹਿਊਮਸ, ਰੌਕ ਡੈਮ ਜਾਂ ਜੀਵ ਮੰਡਲ। ਸੋ ਉਹਨੂੰ ਕੀ ਕਿਹਾ ਜਾਂਦਾ ਗਾ, ਜਦੋਂ ਮਿੱਟੀ ਦੇ ਉੱਪਰ ਕੋਈ ਵੀ ਜੈਵਿਕ ਪਦਾਰਥ ਜਮ੍ਹਾਂ ਹੁੰਦਾ ਉਹਨੂੰ ਕਿਹਾ ਜਾਂਦਾ ਗਾ ਹਿਊਮਸ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਸੋ ਮੈਚ ਦਾ ਫੋਲੋਇੰਗ, ਇਹਨਾਂ ਚੀਜ਼ਾਂ ਦੀ ਆਪਾਂ ਮਿਲਾਉਣਾ ਗਾ, ਜ਼ਮੀਨ ਦੀ ਵਰਤੋਂ, ਹਿਊਮਸ, ਰੌਕ ਡੈਮ ਅਤੇ ਵਾਹੀਯੋਗ ਜ਼ਮੀਨ। ਸੋ ਜ਼ਮੀਨ ਦੀ ਵਰਤੋਂ, ਸਭ ਤੋਂ ਪਹਿਲਾਂ ਤੁਸੀਂ ਦੇਖੋ ਜ਼ਮੀਨ ਦੀ ਵਰਤੋਂ ਕੀ ਹੋ ਸਕਦਾ ਗਾ। ਜ਼ਮੀਨ ਦੀ ਵਰਤੋਂ ਦਾ ਹੋ ਸਕਦਾ ਗਾ ਜ਼ਮੀਨ ਦੀ ਉਤਪਾਦਕ ਵਰਤੋਂ। ਰੌਕ ਡੈਮ ਦਾ ਕੀ ਸੀਗਾ, ਰੌਕ ਡੈਮ ਕੀ ਸੀਗਾ, ਆਪਾਂ ਕਿਹਾ ਸੀ ਮਿੱਟੀ ਦੇ ਕਟਾਵ ਨੂੰ ਇਹ ਰੋਕ ਸਕਦੇ ਹੈਗੇ। ਹਿਊਮਸ, ਇਹ ਮਿੱਟੀ ਦੇ ਉੱਪਰ ਜਮ੍ਹਾਂ ਹੋਇਆ ਇੱਕ ਕੀ ਹੈਗਾ ਜੈਵਿਕ ਪਦਾਰਥ ਹੈਗਾ। ਵਾਹੀਯੋਗ ਜ਼ਮੀਨ ਕੀ ਹੈਗੀ, ਖੇਤੀ ਲਈ ਇੱਕ ਢੁਕਵੀਂ ਜ਼ਮੀਨ ਹੈਗੀ। ਮੀਨਜ਼ ਪਹਿਲੇ ਦਾ ਹੈਗਾ ਗਾ ਏ ਨਾਲ, ਤੁਸੀਂ ਦੇਖੋ ਪਹਿਲੇ ਦਾ ਏ ਨਾਲ ਕਿੱਥੇ ਆਉਂਦਾ ਗਾ, 2 ਤਾਂ ਬਿਲਕੁਲ ਐਟੋਮੈਟਿਕ ਨੈਗਲੈਕਟ ਹੀ ਹੋ ਗਏ ਹੈਗੇ। ਸੌਰੀ, ਪਹਿਲੇ ਦਾ ਹੈਗਾ ਗਾ ਸੀ ਨਾਲ, ਸੌਰੀ ਪਹਿਲੇ ਦਾ ਹੈਗਾ ਗਾ ਜ਼ਮੀਨ ਦੀ ਵਰਤੋਂ, ਜ਼ਮੀਨ ਦੀ ਉਤਪਾਦਕ ਵਰਤੋਂ। ਇੱਥੇ ਹੁਣ ਪਹਿਲੇ ਦਾ ਹੀ ਤੁਸੀਂ ਦੇਖੋ ਸੀ ਆਉਂਦਾ ਗਾ। ਸੋ ਆਪਣਾ ਸਹੀ ਉੱਤਰ ਕਿਹੜਾ ਹੋ ਜਾਊਗਾ, ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਤੁਸੀਂ ਦੇਖੋ ਜ਼ਮੀਨ ਦੀ ਵਰਤੋਂ ਕੀ ਹੈਗੀ, ਉੱਪਰਲੀ ਮਿੱਟੀ ਦੇ ਜ਼ਮੀਨ ਦੀ ਉਤਪਾਦਕ ਵਰਤੋਂ ਆ। ਹਿਊਮਸ ਕੀ ਹੈਗਾ, ਤਾਂ ਮਿੱਟੀ ਦੇ ਉੱਪਰ ਇੱਕ ਜੈਵਿਕ ਪਦਾਰਥ ਜਮ੍ਹਾਂ ਹੋਇਆ ਹੋਏਗਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। CDAB ਇਹ ਕੀ ਹੈਗਾ ਆਪਣਾ ਆਨਸਰ ਹੈਗਾ। ਨੈਕਸਟ, ਇੱਕ ਗਲੋਬਲ ਨੈੱਟਵਰਕ ਦੁਆਰਾ ਜੁੜੇ ਸੁਰੱਖਿਅਤ ਖੇਤਰਾਂ ਦੀ ਲੜੀ ਜਿਸ ਦਾ ਉਦੇਸ਼ ਰੱਖਿਆ ਅਤੇ ਵਿਕਾਸ ਵਿਚਾਰਧਾਰਾ ਸੰਬੰਧਾਂ ਨੂੰ ਪ੍ਰਦਰਸ਼ਨ ਕਰਨਾ ਹੈ ਨੂੰ ਕੀ ਕਿਹਾ ਜਾਂਦਾ ਹੈਗਾ। ਸੋ ਨੈਸ਼ਨਲ ਪਾਰਕ, ਜੰਗਲੀ ਜੀਵ ਸੈਂਚੁਰੀ, ਜੀਵ ਮੰਡਲ ਰਿਜ਼ਰਵ ਜਾਂ ਵਿਸ਼ਵ ਵਿਰਾਸਤ ਸਾਈਟ। ਸੋ ਇਹਨੂੰ ਕਿਹਾ ਜਾਂਦਾ ਹੈਗਾ ਜੀਵ ਮੰਡਲ ਰਿਜ਼ਰਵ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਜੀਵ ਮੰਡਲ ਰਿਜ਼ਰਵ ਕੀ ਹੁੰਦਾ ਹੈਗਾ, ਇਹ ਯੂਨੈਸਕੋ ਦੇ ਦੁਆਰਾ ਇੱਕ ਸ਼ੁਰੂਆਤ ਕੀਤੀ ਗਈ ਸੀਗੀ 1900
1971 ਦੇ ਵਿੱਚ ਕੀ ਕੀਤਾ ਗਿਆ ਸੀ, ਇਹਦੀ ਇੱਕ ਸ਼ੁਰੂਆਤ ਕੀਤੀ ਗਈ ਸੀਗੀ ਕਿ ਇੱਥੇ ਕੋਈ ਵੀ ਜਿਵੇਂ ਕਿ ਕੁਦਰਤੀ ਤੁਸੀਂ ਜਾਨਵਰ ਰਹਿੰਦੇ ਹੈਗੇ, ਕੁਦਰਤੀ ਚੀਜ਼ਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈਗੀ। ਸੋ 1971 ਦੇ ਵਿੱਚ ਯੂਨੈਸਕੋ ਦੇ ਦੁਆਰਾ ਇਹਦੇ ਆਪਾਂ ਸ਼ੁਰੂਆਤ ਕੀਤੀ ਗਈ ਸੀਗੀ। ਸੋ ਦੁਨੀਆ ਦੇ ਵਿੱਚ ਜਿਹੜਾ ਪਹਿਲਾ ਜੀਵ ਮੰਡਲ ਰਿਜ਼ਰਵ ਸਥਾਪਿਤ ਕੀਤਾ ਗਿਆ ਸੀ, ਉਹ ਕੀਤਾ ਗਿਆ ਸੀਗਾ 1979 ਦੇ ਵਿੱਚ ਸਟਾਰਟ ਕੀਤਾ ਗਿਆ ਸੀਗਾ। ਸੋ ਭਾਰਤ ਦੇ ਵਿੱਚ ਇਸ ਵਕਤ 18 ਜੀਵ ਮੰਡਲ ਮੀਨਜ਼ ਵਾਯੂ ਰਿਜ਼ਰਵ ਹਨ। 18 ਇਹ ਗਿਣਤੀ ਦੇ ਵਿੱਚ ਹਨ ਕਰੰਟ ਦੇ ਵਿੱਚ ਭਾਰਤ ਦੇ ਵਿੱਚ। ਇਹ ਨੈਸ਼ਨਲ ਪਾਰਕ ਵਾਂਗੂ ਹੀ ਹੁੰਦੇ ਹਨ, ਨੈਸ਼ਨਲ ਪਾਰਕ ਦੇ ਵਾਂਗੂ ਹੀ ਹੁੰਦੇ ਹਨ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਵਾਯੂਮੰਡਲ ਦੀ ਪਰਤ ਨਹੀਂ ਆ? ਸੋ ਕਿਹੜੀ ਇਹਨਾਂ 'ਚੋਂ ਨਹੀਂ ਹੈਗੀ? ਜੀਵ ਮੰਡਲ, ਟ੍ਰੋਪੋਸਫੀਅਰ, ਸਟ੍ਰੈਟੋਸਫੀਅਰ ਜਾਂ ਮੈਸੋਸਫੀਅਰ। ਸੋ ਤੁਸੀਂ ਦੇਖੋ ਇਹਦੇ ਵਿੱਚੋਂ ਸਾਰੀਆਂ ਜੀਵ ਮੰਡਲ ਦੀਆਂ ਅਲੱਗ-ਅਲੱਗ ਪਰਤਾਂ ਹਨ, ਜਿਵੇਂ ਕਿ ਥਰਮੋਸਫੀਅਰ ਹੋ ਗਿਆ, ਐਕਸੋਸਫੀਅਰ ਹੋ ਗਿਆ, ਮੈਸੋਸਫੀਅਰ ਹੋ ਗਿਆ, ਸਟ੍ਰੇਟੋਸਫੀਅਰ ਹੋ ਗਿਆ ਜਾਂ ਟ੍ਰੋਸੋਫੀਅਰ ਹੋ ਗਿਆ। ਸੋ ਸਾਰੀਆਂ ਹੋ ਗਈਆਂ, ਇਹਨਾਂ ਵਿੱਚੋਂ ਕਿਹੜੀ ਨਹੀਂ ਆ? ਤੁਸੀਂ ਦੇਖੋ ਮੇਸੋਫੀਅਰ ਵੀ ਹੈਗੀ ਆ, ਸਟ੍ਰੇਟੋਸਫੀਅਰ ਵੀ ਹੈਗੀ ਆ, ਟ੍ਰੋਪੋਸਫੀਅਰ ਵੀ ਹੈਗੀ ਆ। ਸੋ ਕਿਹੜੀ ਨਹੀਂ ਹੈਗੀ? ਜੀਵ ਮੰਡਲ ਇਹਨਾਂ ਵਿੱਚੋਂ ਵਾਯੂਮੰਡਲ ਦੀ ਪਰਤ ਨਹੀਂ ਹੈਗੀ। ਸੋ ਆਪਸ਼ਨ ਏ ਇਸ ਦਾ ਰਾਈਟ ਆਨਸਰ। ਹੁਣ ਇਹਦੇ ਨਾਲ ਰਿਲੇਟਡ ਇੱਕ ਹੋਰ ਪ੍ਰਸ਼ਨ ਬਹੁਤ ਪੇਪਰ ਦੇ ਵਾਰ ਪੁੱਛਿਆ ਜਾਂਦਾ ਹੁੰਦਾ ਗਾ ਕਿ ਓਜ਼ੋਨ ਪਰਤ ਵਾਯੂਮੰਡਲ ਦੀ ਓਜ਼ੋਨ ਲੇਅਰ ਵਾਯੂਮੰਡਲ ਦੀ ਕਿਹੜੀ ਪਰਤ ਵਿੱਚ ਹੈ? ਸੋ ਇੱਦਾਂ ਹੀ ਆਪਸ਼ਨਾਂ ਦੇ ਦਿੰਦੇ ਹੈਗਾ। ਸੋ ਕਿਹੜੀ ਆ ਤੁਸੀਂ ਦੇਖ ਸਕਦੇ ਹੋ, ਓਜ਼ੋਨ ਪਰਤ ਕਿਹੜੀ 'ਚ ਹੈਗੀ? ਸਟ੍ਰੇਟੋਸਫੀਅਰ ਦੇ ਵਿੱਚ ਇਹ ਓਜ਼ੋਨ ਪਰਤ ਹੈਗੀ। ਸੋ ਫਿਰ ਇੱਕ ਪੁੱਛ ਲਾਂਦੇ ਹੁੰਦੇ ਪਲੇਨ ਕਿਹੜੀ ਲੇਅਰ ਦੇ ਵਿੱਚ ਉੱਡ ਸਕਦੇ ਹੁੰਦੇ ਹੈਗੇ? ਸੋ ਪਲੇਨ ਉੱਡ ਸਕਦੇ ਹੁੰਦੇ ਹੈਗੇ ਟ੍ਰੋਪੋਸਫੀਅਰ ਦੇ ਵਿੱਚ ਉੱਡ ਸਕਦੇ ਹੁੰਦੇ ਹੈਗੇ। ਸੋ ਆਹ ਆਪਣੀ ਧਰਤੀ ਹੈਗੀ, ਤੁਸੀਂ ਦੇਖ ਸਕਦੇ ਹੋਗੇ। ਸੋ ਟ੍ਰੋਪੋਸਫੀਅਰ ਦੇ ਵਿੱਚ ਪਲੇਨ ਉੱਡ ਸਕਦੇ ਹੈਗੇ। ਸਟ੍ਰੇਟੋਸਫੀਅਰ ਦੇ ਉੱਪਰ ਜੋ ਕਿ 50 ਕਿਲੋਮੀਟਰ ਤੱਕ ਉੱਪਰ ਉਚਾਈ ਦੇ ਵਿੱਚ ਹੈਗੀ ਆ, ਉੱਥੇ ਕੀ ਆਪਣੀ ਓਜ਼ੋਨ ਲੇਅਰ ਹੈਗੀ। ਸੋ ਪੁਲਾੜ ਵੀ ਤੁਸੀਂ ਦੇਖੋ ਮੇਸੋਸਫੀਅਰ ਦੇ ਵਿੱਚ ਅਲੱਗ-ਅਲੱਗ ਕੀ ਹੈਗਾ, ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਨੈਕਸਟ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਇੱਕ ਮਸ਼ਹੂਰ ਪੰਛੀ ਸਥਾਨ ਹੈ? ਸੋ ਕਿਹੜਾ ਇੱਕ ਮਸ਼ਹੂਰ ਪੰਛੀ ਸਥਾਨ ਆ? ਕਾਜ਼ੀਰੰਗਾ ਨੈਸ਼ਨਲ ਪਾਰਕ, ਦੁਧਵਾ ਟਾਈਗਰ ਪਾਰਕ, ਗਿਰਪਾ ਜੰਗਲ ਜਾਂ ਭਰਤਪੁਰ ਸੈਂਚਰੀ। ਸੋ ਕਿਹੜੀ ਹੈਗੀ ਇਹ ਭਰਤਪੁਰ ਸੈਂਚਰੀ ਜਿਹੜਾ ਮਸ਼ਹੂਰ ਪੰਛੀ ਸਥਾਨ ਹੈਗਾ ਗਾ? ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਇਹ ਚਾਰੇ ਪਾਰਕ ਵੀ ਬਹੁਤ ਇੰਪੋਰਟੈਂਟ ਵੀ ਹਨ, ਅਲੱਗ-ਅਲੱਗ ਪੇਪਰ ਦੇ ਵਿੱਚ ਅਲੱਗ-ਅਲੱਗ ਤਰੀਕਿਆਂ ਨਾਲ ਇਹਨਾਂ ਪਾਰਕਾਂ ਦੇ ਬਾਰੇ ਪੁੱਛਦੇ ਵੀ ਹੈਗੇ। ਜਿਵੇਂ ਕਿ ਹੁਣ ਭਰਤਪੁਰ ਸੈਂਚਰੀ ਹੈ ਕਿੱਥੇ ਹੈਗੀ? ਇਹ ਵਾਈਲਡ ਲਾਈਫ ਸੈਂਚਰੀ ਇਹ ਹੈਗੀ ਰਾਜਸਥਾਨ ਦੇ ਵਿੱਚ। ਸੋ ਇਹ ਵੀ ਪੁੱਛ ਸਕਦੇ ਕਿ ਕਿਹੜੀ ਲੋਕੇਸ਼ਨ ਦੇ ਉੱਪਰ ਇਹ ਸਥਿਤ ਹੈਗੀ। ਸੋ ਇਹਨੂੰ ਨੈਸ਼ਨਲ ਪਾਰਕ ਕਾਨ੍ਹਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ। ਸੋ ਰਾਜਸਥਾਨ ਦੇ ਵਿੱਚ ਭਰਤਪੁਰ ਸੈਂਚਰੀ ਨੂੰ। ਸੋ ਕਾਜ਼ੀਰੰਗਾ ਨੈਸ਼ਨਲ ਪਾਰਕ ਇਹ ਬਹੁਤ ਇੰਪੋਰਟੈਂਟ ਹੈਗਾ, ਇਹ ਵੀ ਬਹੁਤ ਵਾਰ ਪੁੱਛਦਾ ਕਿ ਕਾਜ਼ੀਰੰਗਾ ਨੈਸ਼ਨਲ ਪਾਰਕ ਕਿੱਥੇ ਸਥਿਤ ਹੈਗਾ। ਸੋ ਇਹ ਕਿੱਥੇ ਸਥਿਤ ਆ? ਇਹ ਹੈਗਾ ਅਸਾਮ ਦੇ ਵਿੱਚ ਸਥਿਤ। ਅਸਾਮ ਦੇ ਵਿੱਚ ਸਥਿਤ ਹੈ। ਇਹ ਕਿਹੜੇ ਲਈ ਪ੍ਰਸਿੱਧ ਹੈਗਾ? ਇਹ ਇੱਕ ਸਿੰਗ ਵਾਲਾ ਗੈਂਡਾ ਹੁੰਦਾ ਗਾ ਜੋ ਉਹਦੇ ਲਈ ਇਹ ਪ੍ਰਸਿੱਧ ਹੈਗਾ। ਕਾਜ਼ੀਰੰਗਾ ਨੈਸ਼ਨਲ ਪਾਰਕ ਅਸਾਮ ਦੇ ਵਿੱਚ ਇਹ ਸਥਿਤ ਹੈਗਾ। ਸੋ ਦੁਧਵਾ ਟਾਈਗਰ ਪਾਰਕ ਇਹ ਯੂਪੀ ਦੇ ਵਿੱਚ ਸਥਿਤ ਹੈਗਾ। ਇੱਥੋਂ ਤੁਸੀਂ ਦੇਖ ਹੀ ਸਕਦੇ ਹੋ ਕਿ ਟਾਈਗਰ ਦੇ ਲਈ ਇਹ ਮਸ਼ਹੂਰ ਹੈਗਾ। ਗਿਰ ਜੰਗਲ ਗੁਜਰਾਤ ਦੇ ਵਿੱਚ ਹੈਗਾ। ਇਹ ਗੁਜਰਾਤ ਦੇ ਵਿੱਚ ਕਿਹਦੇ ਲਈ ਪ੍ਰਸਿੱਧ ਹੈਗਾ? ਇਹ ਸਟੇਟਿਕ ਸ਼ੇਰ ਦੇ ਲਈ, ਇਹ ਲਾਇਨ ਦੇ ਲਈ ਪ੍ਰਸਿੱਧ ਹੈਗਾ। ਸੋ ਕਾਜ਼ੀਰੰਗਾ ਨੈਸ਼ਨਲ ਪਾਰਕ ਕਿੱਥੇ? ਅਸਾਮ ਦੇ ਵਿੱਚ। ਦੁਧਵਾ ਟਾਈਗਰ ਪਾਰਕ ਯੂਪੀ ਦੇ ਵਿੱਚ, ਗਿਰ ਜੰਗਲ ਪਾਰਕ ਗੁਜਰਾਤ ਦੇ ਵਿੱਚ ਅਤੇ ਭਰਤਪੁਰ ਸੈਂਚਰੀ ਰਾਜਸਥਾਨ ਦੇ ਵਿੱਚ ਸਥਿਤ ਹੈ। ਨੈਕਸਟ ਕੀ ਹੈ? ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਮਿੱਟੀ ਦੀ ਸੰਭਾਲ ਲਈ ਵਰਤੀ ਜਾਂਦੀ ਹੈਗੀ? ਸੋ ਕਿਹੜੀ ਵਿਧੀ ਮਿੱਟੀ ਦੀ ਸੰਭਾਲ ਲਈ ਵਰਤਦੇ ਹੈਗੇ? ਮਲਚਿੰਗ, ਆਸਰਾ ਪੱਟੀਆਂ, ਕੰਟੋਰ ਵਾਲੀ ਵਾਹੀ ਜਾਂ ਉਪਰੋਕਤ ਸਾਰੇ। ਸੋ ਕੀ ਹੈਗਾ ਮਿੱਟੀ ਦੀ ਸੰਭਾਲ ਆਪਾਂ ਕਿਵੇਂ ਕਰ ਸਕਦੇ ਹਾਂ? ਸਾਰੀਆਂ ਚੀਜ਼ਾਂ ਕਰਕੇ ਹੀ ਆਪਾਂ ਮਿੱਟੀ ਦੀ ਸੰਭਾਲ ਕਰ ਸਕਦੇ ਹੈਗੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਬਿਲਕੁਲ ਈਜੀ ਪ੍ਰਸ਼ਨ ਆਉਂਦੇ ਹੈਗੇ, ਬਿਲਕੁਲ ਧਿਆਨ ਦੇ ਨਾਲ ਦੇਖਣਾ ਹੁੰਦਾ ਹੈਗਾ। ਆਪਣਾ 1 ਨੰਬਰ ਫ੍ਰੀ ਦਾ ਹੀ ਹੁੰਦਾ, ਆਪਾਂ ਕਰਦੇ ਹਾਂ ਜਲਦਬਾਜ਼ੀ। ਸੋ ਜਲਦਬਾਜ਼ੀ ਦੇ ਵਿੱਚ ਕੋਈ ਵੀ ਉੱਤਰ ਪੇਪਰ ਦੇ ਵਿੱਚ ਨਹੀਂ ਦੇਣਾ ਹੁੰਦਾ ਗਾ। ਸੋ ਇਹ ਵੀਡੀਓ ਦਾ ਜੋ ਕਿ ਆਪਣੀ
PDF ਹੈਗਾ ਇਹਦਾ PDF ਵੀ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਪਰ ਮਿਲ ਜੂਗਾ। ਉਸ ਚੈਨਲ ਨੂੰ ਤੁਸੀਂ ਕੀ ਹੈਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ ਹੈਗਾ, ਉੱਥੇ ਤੁਸੀਂ ਇਹਨੂੰ ਕੀ ਹੈ ਜੁਆਇਨ ਕਰ ਸਕਦੇ ਹੋ। ਜੇਕਰ ਹੋਰ ਕੋਈ ਵੀ ਉੱਥੇ ਐਕਟੀਵਿਟੀ ਹੁੰਦੀ ਹੈਗੀ ਜਾਂ ਕੋਈ ਵੀ ਨਵਾਂ ਨੋਟੀਫਿਕੇਸ਼ਨ ਆਉਂਦਾ ਜਾਂ ਵੀਡੀਓ ਦਾ ਲਿੰਕ ਹੁੰਦਾ ਉਹ ਤੁਹਾਨੂੰ ਉੱਥੇ ਵੀ ਟੈਲੀਗ੍ਰਾਮ ਚੈਨਲ ਦੇ ਵਿੱਚ ਮਿਲ ਜਾਂਦਾ ਗਾ, ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਸੋ ਦੇਖਦੇ ਹਾਂ ਆਪਾਂ ਨੈਕਸਟ ਪ੍ਰਸ਼ਨ ਨੂੰ। ਨੈਕਸਟ ਪ੍ਰਸ਼ਨ ਕੀ ਹੈ, ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਜੀਵ ਮੰਡਲ ਰਿਜ਼ਰਵ ਨਹੀਂ ਹੈਗਾ। ਸੋ ਕਿਹੜਾ ਨਹੀਂ ਹੈਗਾ, ਡਾਚੀਗਾਮ, ਕੰਚਨਜੰਗਾ, ਨੰਦਾ ਦੇਵੀ ਜਾਂ ਸੁੰਦਰਬਨ। ਸੋ ਕਿਹੜਾ ਜੀਵ ਮੰਡਲ ਰਿਜ਼ਰਵ ਨਹੀਂ ਹੈਗਾ, ਇਹ ਹੈਗਾ ਡਾਚੀਗਾਮ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਸੋ ਧਰਤੀ ਦੀ ਸਤਹ 'ਤੇ ਕੁੱਲ ਖੇਤਰ ਦਾ ਕਿੰਨੇ ਪ੍ਰਤੀਸ਼ਤ ਸਭ ਤੋਂ ਮਹੱਤਵਪੂਰਨ ਕੁਦਰਤੀ ਸਰੋਤ ਭੂਮੀ ਦੇ ਦੁਆਰਾ ਕਵਰ ਕੀਤਾ ਹੋਇਆ ਹੈਗਾ। ਲਗਭਗ 20%, 30, 40 ਜਾਂ 70। ਸੋ ਭੂਮੀ ਦੇ ਦੁਆਰਾ ਜੋ ਕਵਰ ਕੀਤਾ ਹੋਇਆ ਲਗਭਗ ਅਪਰੋਕਸੀਮੇਟਲੀ ਉਹ ਕੀਤਾ ਹੋਇਆ ਹੈਗਾ 30%। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਭੂਮੀ ਦੇ ਦੁਆਰਾ ਆਪਾਂ ਦੇਖਿਆ ਹੀ ਹੈ 29% ਲਗਭਗ ਕਵਰ ਕੀਤਾ ਹੋਇਆ ਹੈਗਾ, ਪਰ ਪੂਰਾ ਜੇ ਆਪਾਂ ਅਪਰੋਕਸ ਮੰਨੀਏ ਤਾਂ ਕਿੰਨਾ 30% ਇਹ ਗਿਣਿਆ ਜਾਂਦਾ। ਕਈ ਵਾਰ ਆਪਸ਼ਨ ਦੇ ਵਿੱਚ 29 ਦਿੱਤਾ ਹੁੰਦਾ, ਪਰ ਐਗਜੈਕਟ ਜਿਹੜਾ ਮਤਲਬ ਕਿ ਮੰਨਿਆ ਜਾਂਦਾ ਉਹ ਮੰਨਿਆ ਜਾਂਦਾ ਬੁੱਕਸ ਦੇ ਵਿੱਚ 29 ਦਿੱਤਾ ਹੁੰਦਾ ਗਾ। ਸੋ ਫਿਰ ਬਾਕੀ ਚੀਜ਼ ਕੀ ਰਹਿ ਗਈ, ਪਾਣੀ ਕਿੰਨੇ ਪ੍ਰਤੀਸ਼ਤ ਰਹਿ ਗਏ, ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਗਾ ਕਿ ਧਰਤੀ ਦੀ ਕੁੱਲ ਸਤਹ 'ਤੇ ਕਿੰਨੇ ਪ੍ਰਤੀਸ਼ਤ ਪਾਣੀ ਦੇ ਦੁਆਰਾ ਕਵਰ ਕੀਤਾ ਹੋਇਆ। 29% ਕਾਹਦੇ ਨਾਲ ਕਵਰ ਕੀਤਾ ਹੋਇਆ ਗਾ, ਭੂਮੀ ਦੇ ਦੁਆਰਾ। ਕਿੰਨੇ ਪ੍ਰਤੀਸ਼ਤ ਪਾਣੀ ਦੇ ਦੁਆਰਾ ਕਵਰ ਕੀਤਾ ਹੋਇਆ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਗਾ। ਨੈਕਸਟ, ਡੈਸ਼ ਸਭ ਤੋਂ ਉੱਪਰਲੀ ਪਰਤ ਹੈ ਜੋ ਹੁਮਸ ਅਤੇ ਖਣਿਜ ਨਾਲ ਭਰਪੂਰ ਹੈ, ਰੇਤ, ਗਾਦ ਅਤੇ ਮਿੱਟੀ ਦੀ ਬਣੀ ਹੋਈ ਹੈਗੀ, ਉਹਨੂੰ ਕੀ ਕਿਹਾ ਜਾਂਦਾ। ਉਪ ਮਿੱਟੀ, ਉੱਪਰਲੀ ਮਿੱਟੀ, ਕਾਲੀ ਮਿੱਟੀ ਜਾਂ ਗਲੋਬਲ ਮਿੱਟੀ। ਸੋ ਉਹ ਜੋ ਹੁਮਸ ਖਣਿਜਾਂ ਨਾਲ ਭਰਪੂਰ ਆ, ਰੇਤ, ਗਾਦ, ਮਿੱਟੀ ਦੀ ਬਣੀ ਹੋਈ ਹੈ, ਉਹ ਕਿਹੜੀ ਮਿੱਟੀ ਹੈਗੀ, ਬਿਲਕੁਲ ਉੱਪਰਲੀ ਮਿੱਟੀ ਹੈਗੀ, ਉੱਪਰਲੀ ਲੇਅਰ ਹੈਗੀ। ਸੋ ਆਪਣਾ ਕੀ ਹੋ ਜੂ, ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਹੇਠਾਂ ਲਿਖਿਆਂ ਵਿੱਚੋਂ ਫਸਲ ਪੈਦਾ ਕਰਨ ਲਈ ਸਭ ਤੋਂ ਢੁਕਵੀਂ ਜ਼ਮੀਨ ਕਿਹੜੀ ਹੈਗੀ। ਅਣਗਹਿਲੀ ਜ਼ਮੀਨ, ਚਾਰਗਾਹ ਜ਼ਮੀਨ, ਜੰਗਲ ਦੀ ਜ਼ਮੀਨ ਜਾਂ ਵਾਹੀਯੋਗ ਜ਼ਮੀਨ। ਸੋ ਜੋ ਫਸਲ ਪੈਦਾ ਕਰਨ ਲਈ ਸਭ ਤੋਂ ਢੁਕਵੀਂ ਜ਼ਮੀਨ ਕਿਹੜੀ ਆ, ਸਾਰੇ ਖੇਤੀਬਾੜੀ ਨਾਲ ਜੁੜੇ ਹੋਏ ਆ ਆਪਾਂ। ਸੋ ਕਿਹੜੀ ਜ਼ਮੀਨ ਹੋ ਸਕਦੀ ਆ ਉਹ ਫਸਲ ਪੈਦਾ ਕਰਨ ਲਈ ਸਭ ਤੋਂ ਵਧੀਆ, ਵਾਹੀਯੋਗ ਜ਼ਮੀਨ। ਸੋ ਜਿਹੜੀ ਜ਼ਮੀਨ ਜਾਂ ਬੰਜਰ ਹੋਊਗੀ ਜਾਂ ਚਾਰਗਾਹ ਵਾਲੀ ਹੋਊਗੀ ਜਿੱਥੇ ਪਸ਼ੂ ਚਰਦੇ ਹੈਗੇ, ਜਾਂ ਜੰਗਲ ਵਾਲੀ ਜ਼ਮੀਨ ਹੋਊਗੀ, ਸੋ ਉਹ ਜ਼ਮੀਨ ਵਾਹੀਯੋਗ ਕਿਵੇਂ ਹੋ ਸਕਦੀ ਹੈ ਜਾਂ ਢੁਕਵੀਂ ਕਿਵੇਂ ਹੋ ਸਕਦੀ ਹੈਗੀ ਫਸਲ ਪੈਦਾ ਕਰਨ ਲਈ। ਸੋ ਫਸਲ ਪੈਦਾ ਕਰਨ ਲਈ ਜ਼ਮੀਨ ਕਿਹੜੀ ਢੁਕਵੀਂ ਹੋ ਸਕਦੀ ਹੈਗੀ, ਜਿਹੜੀ ਵਾਹੀਯੋਗ ਜ਼ਮੀਨ ਹੁੰਦੀ ਹੈਗੀ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਕਹਿੰਦਾ ਓਵਰ ਗਰੇਜ਼ਿੰਗ ਕਾਰਨ ਲਈ ਜ਼ਿੰਮੇਵਾਰ। ਓਵਰ ਗਰੇਜ਼ਿੰਗ ਮੀਨਸ ਜੋ ਕਿ ਪਸ਼ੂ ਚਰਦੇ ਆ ਜਾਂ ਚਰਾਉਣੇ ਹੈਗੇ ਆਪਾਂ ਪਸ਼ੂ, ਉਹਦੀ ਜ਼ਿੰਮੇਵਾਰ ਕੀ ਹੈਗੀ, ਕੀ ਹੋ ਸਕਦਾ ਉਹਦੇ ਨਾਲ। ਮਿੱਟੀ ਦੀ ਕਮੀ ਹੋ ਸਕਦੀ ਹੈ, ਭੂਚਾਲ, ਹੜ੍ਹ ਜਾਂ ਜ਼ਮੀਨ ਖਿਸਕਣਾ। ਸੋ ਉਹਦੇ ਨਾਲ ਕੀ ਹੁੰਦਾ ਗਾ, ਮਿੱਟੀ ਦੀ ਕਮੀ ਹੋ ਸਕਦੀ ਹੈਗੀ ਜ਼ਿੰਮੇਵਾਰ। ਆਪਸ਼ਨ ਏ ਇਸ ਦਾ ਰਾਈਟ ਆਨਸਰ। ਇਹਦੇ ਨਾਲ ਕੀ ਹੈਗਾ, ਜੋ ਕਿ ਕੁਦਰਤੀ ਬਨਸਪਤੀ ਆ ਉਹ ਵੀ ਖਤਮ ਹੁੰਦੀ ਜਾ ਰਹੀ ਹੈਗੀ। ਆਪਸ਼ਨ ਏ ਇਸ ਦਾ ਰਾਈਟ ਆਨਸਰ। ਸੋ ਇਹ ਸੀ ਅੱਜ ਦੀ ਆਪਣੀ ਕਲਾਸ। ਉਮੀਦ ਆ ਤੁਹਾਨੂੰ ਇੰਨੀ ਕੁ ਜਾਣਕਾਰੀ ਚੰਗੀ ਲੱਗੀ ਹੋਵੇਗੀ। ਜੇਕਰ ਇੰਨੀ ਕੁ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰ ਲਿਓ, ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਕਿਵੇਂ ਦੀ ਤੁਹਾਨੂੰ ਜਾਣਕਾਰੀ ਲੱਗੀ। ਅਤੇ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਤੇ ਨੈਕਸਟ ਟੌਪਿਕ ਦੇ ਨਾਲ। ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।